गोमती प्रसाद थापर हस्पताल सामने नवी दाणा मंडी फिरोजपुर रोड मोगा, जिथे डॉक्टर नीलू कौड़ा ਵੱਲੋਂ बेऔलाद जोड़ियां दा इलाज करके उन्हां दे घरां विच खुशियां प्रदान करन दी कोशिश कीती जा रही है। पिछले दिनी साडी टीम ਵੱਲੋਂ डॉक्टर नीलू कौड़ा नाल विशेष गलबात कीती गई। उन्हां ਵੱਲੋਂ ਕਿਹੜੀਆਂ आधुनिक विधियां नाल बेऔलादपन दा इलाज कीता जांदा है। मैं डॉक्टर नीलू थापर कौड़ा इस हॉस्पिटल च मैं अराउंड 2012 तो प्रैक्टिस कर रही हूँ। वैसे एज अ गायनोकोलॉजिस्ट मेरा एक्सपीरियंस आफ्टर 2004 तो आई एम अ प्रैक्टिसिंग गायनोकोलॉजिस्ट। शुरू च मैं गवर्नमेंट अदारियां च काम किया, मैडिकल कॉलेजिस्ट, फिर मोगा सिविल हॉस्पिटल च, और अपने हॉस्पिटल नूं मैं 2012 विच ज्वाइन किया प्योरली प्राइवेट प्रैक्टिस च। मैडम जेकर गल करिए बांझपन दी की ਉਹਦੇ ਕਾਰਨ ਨੇ? देखो इनफर्टिलिटी या बांझपन जिन्हों आप कह दिंने हैं, ਇਹਦੇ ਕਾਰਨ ਦੋਨਾਂ ਫੀਮੇਲ ਔਰ ਮੇਲਸ 'ਚ ਹੋ ਸਕਦੇ ਨੇ। ਤੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਕਾਰਨਾਂ ਦੀ ਤਾਂ ਆਪਾਂ ਇਹਨੂੰ ਬੇਸਿਕਲੀ ਡਿਵਾਈਡ ਕਰਦੇ ਆ ਫੀਮੇਲ ਫੈਕਟਰ ਔਰ ਮੇਲ ਫੈਕਟਰ। ਆਪਣੇ ਸਮਾਜ 'ਚ ਸਮਝਿਆ ਇਹ ਜਾਂਦਾ ਕਿ ਵੀ ਜੇ ਬੱਚਾ ਨਹੀਂ ਹੋ ਰਿਹਾ ਤਾਂ ਸਭ ਤੋਂ ਪਹਿਲਾਂ ਔਰਤ ਨੂੰ ਡਾਕਟਰ ਕੋਲ ਲੈ ਕੇ ਜਾਓ, ਬਟ ਐਕਚੁਅਲੀ ਇਸ ਤਰ੍ਹਾਂ ਨਹੀਂ ਹੈ। ਜੇ ਕਿਸੇ ਵੀ ਕਪਲ ਨੂੰ ਕਨਸੀਵ ਹੋਣ 'ਚ ਪ੍ਰੋਬਲਮ ਆ ਰਹੀ ਹੈ ਤਾਂ ਐਜ਼ ਅ ਕਪਲ ਸਾਨੂੰ ਦੋਨਾਂ ਮੇਲ ਔਰ ਫੀਮੇਲ ਨੂੰ ਅਸੈਸ ਕਰਨਾ ਜ਼ਰੂਰੀ ਹੈ, ਕਿਉਂਕਿ ਕਾਰਨ ਦੋਨਾਂ 'ਚੋਂ ਕਿਸੇ 'ਚ ਵੀ ਹੋ ਸਕਦਾ ਔਰ ਦੋਨਾਂ ਵਿੱਚ ਟੁਗੇਦਰ ਵੀ ਹੋ ਸਕਦਾ। ਜਿਵੇਂ ਔਰਤਾਂ ਵਿੱਚ ਜ਼ਿਆਦਾਤਰ ਜਿਵੇਂ ਅੰਡਾ ਬਣਨ ਦੀ ਸਮੱਸਿਆ ਹੈ, ਪੋਲੀਸਿਸਟਿਕ ਓਵਰੀਜ਼ ਹੈ ਜਿਹਦੇ ਵਿੱਚ ਅੰਡਾ ਵੱਧ ਨਹੀਂ ਰਿਹਾ ਹੁੰਦਾ, ਜਾਂ ਟਿਊਬਸ ਬਲੌਕਡ ਨੇ, ਜਾਂ ਕੁਝ ਇਸ ਤਰ੍ਹਾਂ ਦੀਆਂ ਡਿਜ਼ੀਜ਼ਸ ਹੁੰਦੀਆਂ ਨੇ, ਐਂਡੋਮੈਟਰੀਓਸਿਸ ਵਗੈਰਾ। ਇਹ ਸਭ ਰੀਜ਼ਨਸ ਹੁੰਦੇ ਆ ਫੀਮੇਲਸ 'ਚ ਜਿਨ੍ਹਾਂ ਕਾਰਨ ਪ੍ਰੈਗਨੈਂਸੀ ਨਹੀਂ ਹੋ ਰਹੀ ਹੁੰਦੀ। ਔਰ ਮੇਲਸ 'ਚ ਜਿਵੇਂ ਸਪਰਮ ਵਿੱਚ ਸ਼ੁਕਰਾਣੂਆਂ ਦੀ ਘਾਟ ਹੋਣਾ, ਸ਼ੁਕਰਾਣੂਆਂ ਦੀ ਮੋਟਿਲਿਟੀ ਅੱਛੀ ਨਾ ਹੋਣਾ, ਇਹ ਸਪਰਮ ਇਸ਼ੂਜ਼ ਹੋਣਾ, ਇਹ ਮੇਨਲੀ ਮੇਲ ਫੈਕਟਰ ਹੁੰਦਾ ਹੈ। ਹੋਰ ਵੀ ਅਨੇਕਾਂ ਕਾਰਨ ਹੁੰਦੇ ਨੇ ਕਿ ਸਪਰਮਸ ਕਿਉਂ ਘੱਟ ਹੋ ਰਹੇ ਨੇ, ਫਿਰ ਇਹਨਾਂ ਨੂੰ ਟਰੀਟ ਕਿਵੇਂ ਕਰਨਾ ਹੈ। ਇਸ ਕਰਕੇ ਕਪਲ ਨੂੰ ਐਜ਼ ਅ ਹੋਲ ਸਾਨੂੰ ਦੇਖਣਾ ਪੈਂਦਾ ਹੈ ਕਾਰਨ ਜਾਣਨ ਲਈ। ਔਰ ਕਈ ਵਾਰ ਕਾਰਨ ਮਿਲਦਾ ਵੀ ਨਹੀਂ ਹੈ, ਜਿਹਨੂੰ ਕਿ ਅਸੀਂ ਅਨਐਕਸਪਲੇਨਡ ਇਨਫਰਟੀਲਿਟੀ ਕਹਿ ਦਿੰਦੇ ਹਾਂ। ਹੁੰਦਾ ਇਹ ਹੈ ਕਿ ਕਪਲਸ ਜਾਂ ਫੈਮਲੀਜ਼ ਕਾਰਨ ਲੱਭਣ 'ਚ 5-5 ਸਾਲ 10-10 ਸਾਲ ਲੰਘਾ ਦਿੰਦੇ ਆ ਕਿ ਸਾਨੂੰ ਕਾਰਨ ਪਤਾ ਚੱਲੇ, ਬਟ ਐਕਚੁਅਲੀ ਜ਼ਰੂਰੀ ਨਹੀਂ ਹੈ ਕਿ ਹਰ ਕਪਲ 'ਚ ਆਪਾਂ ਨੂੰ ਕਾਰਨ ਪਿਨ ਪੁਆਇੰਟ ਹੋ ਸਕੇ। ਬੱਚਾ ਨਾ ਹੋਣਾ ਲਗਾਤਾਰ ਸਾਲ 2 ਸਾਲ 3 ਸਾਲ ਤੋਂ ਜੇ ਕਪਲਸ ਆਪਣਾ ਆਪਣਾ ਰਾਈਟ ਟਾਈਮ ਤੇ ਟਰਾਈ ਕਰ ਰਹੇ ਨੇ ਔਰ ਉਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ, ਤਾਂ ਇਹ ਇਟਸੈਲਫ ਇਨਫਰਟੀਲਿਟੀ ਦੀ ਡੈਫੀਨੇਸ਼ਨ 'ਚ ਫਿੱਟ ਹੁੰਦਾ ਹੈ, ਯਾਨੀ ਕਿ ਅਨਐਕਸਪਲੇਨਡ ਇਨਫਰਟੀਲਿਟੀ 'ਚ। ਤਾਂ ਐਜ਼ ਅ ਫਰਟੀਲਿਟੀ ਸਪੈਸ਼ਲਿਸਟ ਮੇਰੀ ਰਾਏ ਇਹੀ ਹੈ ਕਿ ਈਵਨ ਇਫ ਜੇ ਕੋਈ ਕਾਰਨ ਰਿਪੋਰਟਾਂ 'ਚ ਨਹੀਂ ਆ ਰਿਹਾ ਪਰ ਪ੍ਰੈਗਨੈਂਸੀ ਹੋਣ 'ਚ ਡਿਲੇ ਹੋ ਰਿਹਾ, ਤਾਂ ਤੁਹਾਨੂੰ ਫਰਟੀਲਿਟੀ ਸਪੈਸ਼ਲਿਸਟ ਦੀ ਐਡਵਾਈਸ ਦੇ ਹਿਸਾਬ ਨਾਲ ਕੋਈ ਨਾ ਕੋਈ ਮਦਦ ਜਾਂ ਕੋਈ ਨਾ ਕੋਈ ਟ੍ਰੀਟਮੈਂਟ ਦੀ ਮਦਦ ਲੈ ਕੇ ਜਲਦੀ ਕਰਨੀ ਚਾਹੀਦੀ ਹੈ ਕਿ ਜਲਦੀ ਤੋਂ ਜਲਦੀ ਬੱਚਾ ਹੋ ਜਾਏ। ਉਸ ਤੋਂ ਬਾਅਦ ਮੈਮ ਜੇਕਰ ਗੱਲ ਕਰੀਏ ਆਪਾਂ IVF ਟ੍ਰੀਟਮੈਂਟ ਦੀ, ਸਭ ਤੋਂ ਪਹਿਲਾਂ IUI ਆ ਜਾਂਦਾ, ਉਹਦੇ ਬਾਰੇ ਸਾਨੂੰ ਦੱਸੋ ਥੋੜਾ ਜਿਹਾ, ਕੀ ਪ੍ਰੋਸੀਜਰ ਹੈ? ਦੇਖੋ IUI ਦਾ ਮਤਲਬ ਹੈ ਇੰਟਰਾ ਯੂਟਰਾइन इंसेमिनेशन। एक बहुत ही सिंपल प्रोसीजर है जो कि बिल्कुल जो एक नैचुरल वे है कंसीव होने का, सिर्फ उसे मैथड नू आपां थोड़ा जिहा फेवरेबल बना रहे हैं IUI नाल। तो सब तो पहली गल कि मैं जो देखा कि लोगों च एक एवर्जन हुंदी है कि असी कोई भी ट्रीटमेंट या कोई भी इस तरह का इंटरवेंशन क्यों करवाना, साडे उत्ते कोई लेबल लग जाएगा कि ਅਸੀਂ ਪਤਾ ਨਹੀਂ ਕੀ ਇਲਾਜ ਕਰਾਇਆ। ਤਾਂ ਇਸ ਤਰ੍ਹਾਂ ਦੀ ਸੋਚ ਪਹਿਲੀ ਗੱਲ ਤਾਂ ਉਸ ਕਪਲ ਨੂੰ ਨਹੀਂ ਰੱਖਣੀ ਚਾਹੀਦੀ ਜੋ ਕਿ ਸਟਰਗਲ ਕਰ ਰਿਹਾ ਕਨਸੀਵ ਹੋਣ 'ਚ। IUI ਸਿੰਪਲੀ ਸਪਰਮ ਇਨਸੈਮੀਨੇਸ਼ਨ ਹੈ। ਜਦੋਂ ਹਸਬੈਂਡ ਐਂਡ ਵਾਈਫ ਆਪਸ 'ਚ ਰਿਲੇਸ਼ਨ ਰੱਖਦੇ ਆ ਉਦੋਂ ਵੀ ਸਪਰਮ ਮੇਲ ਦੀ ਬੋਡੀ 'ਚੋਂ ਨਿਕਲ ਕੇ ਫੀਮੇਲ ਦੀ ਬੋਡੀ ਵਿੱਚ ਰਿਲੀਜ਼ ਹੁੰਦਾ, ਔਰ ਉਸ ਪਰਟੀਕੂਲਰ ਐਕਟ 'ਤੇ ਹੀ ਪ੍ਰੈਗਨੈਂਸੀ ਨਿਰਭਰ ਕਰਦੀ ਹੈ ਕਿ ਜਿਹੜਾ ਸੀਮਨ ਫੀਮੇਲ ਦੀ ਬੋਡੀ ਦੇ ਅੰਦਰ ਜਾਣਾ ਜ਼ਰੂਰੀ ਹੈ ਤਾਂ ਹੀ ਪ੍ਰੈਗਨੈਂਸੀ ਦੇ ਅਸਾਰ ਹੋਣਗੇ। ਔਰ IUI ਵੀ ਇਹੀ ਹੈ। IUI ਔਰ ਨੈਚੁਰਲ ਇੰਟਰਕੋਰਸ 'ਚ ਇੰਨਾ ਹੀ ਫਰਕ ਹੁੰਦਾ ਹੈ ਕਿ IUI ਵਿੱਚ ਅਸੀਂ ਹਸਬੈਂਡ ਦਾ ਸੀਮਨ ਜੋ ਹੈ ਉਸਨੂੰ ਥੋੜਾ ਵਾਸ਼ ਕਰਦੇ ਹਾਂ ਤਾਂ ਕਿ ਸੀਮਨ ਦੇ ਵਿੱਚ ਜੋ
ਮੇਲਸ ਦੇ ਹੋਰ ਗਲੈਂਡਸ ਦੀਆਂ ਸੈਕਰੀਸ਼ਨਸ ਵਗੈਰਾ ਹੁੰਦੀਆਂ ਉਹ ਸਾਰੀਆਂ ਅਸੀਂ ਰਿਮੂਵ ਕਰ ਸਕੀਏ ਔਰ ਸਿਰਫ ਸਪਰਮਸ ਜੋ ਕਿ ਪ੍ਰੈਗਨੈਂਸੀ ਲਈ ਜ਼ਰੂਰੀ ਹੈ ਸਿਰਫ ਸਪਰਮਸ ਨੂੰ ਡਾਕਟਰ ਫੀਮੇਲ ਦੀ ਬੱਚੇਦਾਨੀ ਵਿੱਚ ਇਨਸੈਮੀਨੇਟ ਕਰ ਦਿੰਦਾ ਹੈ। ਇਸ ਤੋਂ ਬਾਅਦ ਮੈਡਮ ਗੱਲ ਕਰੀਏ IVF ਦੀ, ਜਿਹਨਾਂ ਲੇਡੀਜ਼ ਦੀਆਂ ਟਿਊਬਸ ਬੰਦ ਹੋ ਚੁੱਕੀਆਂ ਨੇ, IVF ਦੇ ਨਾਲ ਪ੍ਰੈਗਨੈਂਸੀ ਹੋ ਸਕਦੀ ਹੈ? ਹਾਂ ਬਿਲਕੁਲ, ਜਿਨ੍ਹਾਂ ਦੀਆਂ ਟਿਊਬਸ ਬੰਦ ਨੇ ਉਹਨਾਂ ਕੋਲ ਤਾਂ ਦੁਨੀਆ 'ਚ ਹੋਰ ਕੋਈ ਜ਼ਰੀਆ ਹੀ ਨਹੀਂ ਹੈ ਪ੍ਰੈਗਨੈਂਸੀ ਅਚੀਵ ਕਰਨ ਦਾ। ਉਹਨਾਂ ਲਈ IVF ਇੱਕ ਬੂਨ ਹੈ ਕਿਉਂਕਿ ਟਿਊਬਸ ਬੰਦ ਜੇ ਕਿਸੇ ਦੀਆਂ ਹੈ ਤਾਂ ਨੈਚੁਰਲ ਤਰੀਕੇ ਨਾਲ ਪ੍ਰੈਗਨੈਂਸੀ ਇੰਪੋਸੀਬਲ ਹੈ ਔਰ IVF 'ਚ ਕਿਉਂਕਿ ਆਪਾਂ ਫੈਲੋਪੀਅਨ ਟਿਊਬਸ ਨੂੰ ਬਾਈਪਾਸ ਕਰ ਦਿੰਨੇ ਆ, ਆਪਾਂ ਐਗਸ ਨੂੰ ਅੰਡੇਦਾਨੀਆਂ ਚੋਂ ਬਾਹਰ ਕੱਢ ਲੈਂਦੇ ਆ ਤਾਂ ਟਿਊਬਸ ਦਾ ਰੋਲ ਖਤਮ ਕਰ ਦਿੰਨੇ ਆ। ਬੇਸਿਕਲੀ IVF ਦਾ ਮਤਲਬ ਹੀ ਇਹ ਹੈ ਕਿ ਆਪਾਂ ਬੋਡੀ ਦੇ ਅੰਦਰ ਜੋ ਕੰਮ ਟਿਊਬ 'ਚ ਹੋਣਾ ਹੈ ਉਹ ਚੀਜ਼ ਆਪਾਂ ਬਾਹਰ ਲੈਬ 'ਚ ਹੋਣ ਦੇ ਰਹੇ ਹਾਂ। ਹੁੰਦੀ ਉਹ ਆਪਣੇ ਆਪ ਹੈ ਪਰ ਉਹਦੀ ਇੱਕ ਆਪਾਂ ਜਗ੍ਹਾ ਬਦਲਤੀ। ਜੋ ਕੰਮ ਫਿਲੋਪੀਅਨ ਟਿਊਬ 'ਚ ਕੁਦਰਤੀ ਤੌਰ ਤੇ ਆਪਣੇ ਆਪ ਹੋਣਾ ਸੀ ਆਪਾਂ ਉਹ ਹੀ ਦੋ ਚੀਜ਼ਾਂ ਨੂੰ ਬਾਹਰ ਲੈਬ 'ਚ ਕੰਟੈਕਟ 'ਚ ਲੈ ਆਂਦਾ ਔਰ ਉਸ ਇਵੈਂਟ ਦੀ ਵੇਟ ਕੀਤੀ ਕਿ ਉਹ ਆਪਸ 'ਚ ਫਿਊਜ਼ ਹੋ ਕੇ ਭਰੂਣ ਬਣੇ। ਜਿਵੇਂ ਹੀ ਉਹ ਭਰੂਣ ਬਣਦਾ ਉਹ ਟਿਊਬ 'ਚੋਂ ਰੋਲ ਹੋ ਕੇ ਬੱਚੇਦਾਨੀ 'ਚ ਆਉਂਦਾ ਨੈਚੁਰਲ ਪ੍ਰੈਗਨੈਂਸੀ। ਇਹਦੇ 'ਚ ਆਪਾਂ ਲੈਬ 'ਚ ਜਦੋਂ ਦੇਖਦੇ ਹਾਂ ਕਿ ਉਹ ਸਟੇਜ ਆ ਗਈ ਹੈ ਤਾਂ ਆਪਾਂ ਉਹਨੂੰ ਵਾਪਸ ਯੂਟਰਸ 'ਚ ਰੱਖ ਦਿੰਨੇ ਆ। ਮੇਨ ਜੋ ਸਵਾਲ ਹੁੰਦੇ ਨੇ ਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਔਰ ਕੋਈ ਬੈੱਡ ਰੈਸਟ ਕੋਈ ਪ੍ਰੀਕਾਸ਼ਨ ਇਹਦੇ ਵਿੱਚ ਬਾਅਦ 'ਚੋਂ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਔਰ ਇਹ ਬਹੁਤ ਜ਼ਿਆਦਾ ਕੋਈ ਐਕਸਪੈਂਸਿਵ ਪ੍ਰੋਸੀਜਰ ਵੀ ਨਹੀਂ ਹੈ। ਸੋ ਬੇਸਿਕਲੀ IVF ਦਾ ਮਤਲਬ ਹੀ ਇਹ ਹੈ ਕਿ ਵੀ ਆਪਾਂ ਫੈਲੋਪੀਅਨ ਟਿਊਬ 'ਚ ਹੋਣ ਵਾਲੇ ਕੰਮ ਨੂੰ ਲੈਬ 'ਚ ਕੀਤਾ। ਮੈਮ ICSI ਦੀ ਕੀ ਹੈ? ICSI ਵਿੱਚ ਇੱਕ ਸਪਰਮ ਨੂੰ ਪਿਕ ਕਰਕੇ ਐਗ ਦੇ ਅੰਦਰ ਇੰਜੈਕਟ ਕਰ ਦਿੱਤਾ ਜਾਂਦਾ ਹੈ। ਕਹਿਣ ਦਾ ਭਾਵ ਕਿ ਜਿਨ੍ਹਾਂ ਦੇ ਸੀਮਨ 'ਚ ਇੰਨੇ ਸਪਰਮ ਵੀ ਨਹੀਂ ਹੈ ਕਿ ਐਗ ਦੇ ਕੰਟੈਕਟ ਵਿੱਚ ਅਸੀਂ ਸਪਰਮਸ ਰੱਖ ਦਈਏ ਤਾਂ ਸਪਰਮ ਆਪਣੇ ਆਪ ਐਗ ਦੇ ਅੰਦਰ ਚਲਾ ਜਾਏ ਤਾਂ ਉਹਨਾਂ ਪੇਸ਼ੈਂਟਸ ਨੂੰ ਫਿਰ ICSI ਕੀਤਾ ਜਾਂਦਾ ਹੈ। ਜਾਂ ਫਿਰ ਜਿਨ੍ਹਾਂ ਦਾ ਕੋਈ ਐਗ ਦੇ ਸ਼ੈਲ ਦਾ ਕੋਈ ਇਸ਼ੂ ਹੈ, ਫਰਟੀਲਾਈਜੇਸ਼ਨ ਫੇਲੀਅਰ ਪਾਸਟ 'ਚ ਡਾਕੂਮੈਂਟਡ ਹੈ ਕਿ IVF ਨਾਲ ਪਹਿਲਾਂ ਫਰਟੀਲਾਈਜੇਸ਼ਨ ਫੇਲੀਅਰ ਹੋਇਆ ਹੈ ਤਾਂ ਫਿਰ ਉਹਨਾਂ ਕੇਸਿਸ ਵਿੱਚ ICSI ਕੀਤਾ ਜਾਂਦਾ ਹੈ ਤਾਂ ਕਿ ਸਪਰਮ ਔਰ ਐਗ ਨੂੰ ਬੇਸਿਕਲੀ ਸਪਰਮ ਨੂੰ ਐਗ ਦੇ ਅੰਦਰ ਇੰਜੈਕਟ ਕਰ ਦਿੱਤਾ ਜਾਂਦਾ ਹੈ। ਪੇਸ਼ੈਂਟ ਐਕਸਪੀਰੀਅੰਸ IVF ਔਰ ICSI 'ਚ ਕੋਈ ਫਰਕ ਨਹੀਂ ਹੈ। ਪੇਸ਼ੈਂਟ ਨੂੰ ਕੁਝ ਫਰਕ ਨਹੀਂ ਲੱਗੇਗਾ ਉਹਦਾ IVF ਹੋਇਆ ਜਾਂ ICSI ਹੋਇਆ। IVF ਔਰ ICSI 'ਚ ਲੈਬ 'ਚ ਸਪਰਮ ਔਰ ਐਗ ਨੂੰ ਕਿਵੇਂ ਹੈਂਡਲ ਕੀਤਾ ਗਿਆ ਉਹਦੇ ਵਿੱਚ ਇੱਕ ਡਿਫਰੈਂਸ ਹੁੰਦਾ ਹੈ। ਇੱਕ ਮੈਡਮ ਅੱਜ ਕੱਲ੍ਹ ਦੇ ਜਿਹੜੇ ਲੜਕਾ ਜਾਂ ਕੋਈ ਵੀ ਲੜਕੀ ਹੈ ਆਪਣੇ ਫਿਊਚਰ ਨੂੰ ਲੈ ਕੇ ਕਾਫੀ ਪ੍ਰੈਗਨੈਂਸੀ ਲੇਟ ਕਰਦੇ ਨੇ, ਬਿਲਕੁਲ ਉਹਦੇ 'ਚ ਕੀ ਇਫੈਕਟ ਹੁੰਦਾ ਹੈ? ਦੇਖੋ ਇਹ ਵੀ ਇੱਕ ਬਹੁਤ ਹੀ ਮਤਲਬ ਇੱਕ ਇੰਪੋਰਟੈਂਟ ਰੀਜ਼ਨ ਹੈ ਕਿ ਅੱਜ ਕੱਲ੍ਹ ਸਪੈਸ਼ਲੀ ਆਪਣੇ ਇੱਥੇ ਪੰਜਾਬ 'ਚ ਲੋਕਾਂ ਨੂੰ ਬਾਹਰ ਜਾਣ ਦਾ ਇੰਨਾ ਜ਼ਿਆਦਾ ਫਤੂਰ ਛਾਇਆ ਹੋਇਆ ਹੈ ਕਿ ਅਸੀਂ ਰੋਜ਼ ਦੇਖਦੇ ਹਾਂ ਕਿ ਲੋਕ ਅਬੋਰਟ ਕਰਾ ਦਿੰਦੇ ਆਪਣੀਆਂ ਪ੍ਰੈਗਨੈਂਸੀਜ਼ ਕਿ ਅਸੀਂ ਬਾਹਰ ਜਾਣਾ ਹੈ, ਵਿਚ ਇਜ਼ ਵੈਰੀ ਵੈਰੀ ਰੋਂਗ। ਲੋਕ ਪ੍ਰੈਗਨੈਂਸੀ ਡਿਲੇ ਕਰ ਰਹੇ ਉਹ ਤਾਂ ਇੱਕ ਗੱਲ ਹੈ ਹੀ ਹੈ, ਕੋਈ ਕਰੀਅਰ ਆਪਸ਼ਨ ਨੂੰ ਲੈ ਕੇ, ਕੋਈ ਬਾਹਰ ਜਾਣ ਨੂੰ ਲੈ ਕੇ। ਔਰ ਦੁੱਖ ਦੀ ਗੱਲ ਇਹ ਹੈ ਕਿ ਲੋਕ ਅਬੋਰਟ ਵੀ ਕਰ ਰਹੇ ਨੇ। ਫਸਟ ਪ੍ਰੈਗਨੈਂਸੀਜ਼ ਆ ਕੇ ਲੋਕ ਅਬੋਰਟ ਕਰਵਾ ਰਹੇ ਨੇ, ਪਿਲਸ ਲੈ ਰਹੇ ਨੇ ਕਿ ਸਾਨੂੰ ਅਸੀਂ ਫਾਈਲ ਲੱਗੀ ਹੋਈ ਹੈ ਅਸੀਂ ਬਾਹਰ ਜਾਣਾ ਹੈ, ਜੋ ਕਿ ਬਹੁਤ ਬਹੁਤ ਗਲਤ ਹੈ। ਔਰ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਘਰ ਦੇ ਵੱਡੇ ਵੀ ਇਸ ਗੱਲ ਨੂੰ ਸਮਰਥਨ ਦਿੰਦੇ ਨੇ ਤਾਂ ਇਹ ਬਹੁਤ ਹੀ ਗਲਤ ਚੀਜ਼ ਹੈ। ਪ੍ਰੈਗਨੈਂਸੀ ਇੱਕ ਕੁਦਰਤੀ ਚੀਜ਼ ਹੈ, ਇਸ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਔਰ ਕੁਦਰਤੀ ਦਾ ਮਤਲਬ ਹੈ ਕਿ ਸਹੀ ਸਮੇਂ ਤੇ ਇਹ ਕੰਮ ਹੋਣਾ ਜ਼ਰੂਰੀ ਹੈ। ਜਿਵੇਂ ਮੈਂ ਪਹਿਲਾਂ ਦੱਸਿਆ, ਜੇ ਆਪਾਂ ਉਹ ਸਮੇਂ ਬਿਤਾ ਦਾਂਗੇ, ਉਸ ਸਮੇਂ ਨੂੰ ਇਸ ਕੰਮ ਲਈ ਯੂਜ਼ ਨਹੀਂ ਕਰਾਂਗੇ ਆਪਣੀ ਫੈਮਿਲੀ ਕੰਪਲੀਟ ਕਰਨ ਲਈ, ਤਾਂ ਫਿਰ ਉਸ ਤੋਂ ਬਾਅਦ ਆਪਾਂ ਸਟਰਗਲ ਕਰੀ ਜਾਈਏ ਜਾਂ ਫਰਟੀਲਿਟੀ ਟ੍ਰੀਟਮੈਂਟਸ ਲੱਭੀ ਜਾਈਏ ਜਾਂ ਸੈਂਟਰਸ ਦੇ ਸਕਸੈਸ ਰੇਟ ਚੈੱਕ ਕਰੀ ਜਾਈਏ ਔਰ ਡਾਕਟਰਸ ਦੇ ਸਕਸੈਸ ਰੇਟ ਚੈੱਕ ਕਰੀ ਜਾਈਏ, ਉਹਦੇ ਵਿੱਚ ਕੁਝ ਸਾਨੂੰ ਅਚੀਵ ਨਹੀਂ ਹੋਊਗਾ। ਸਕਸੈਸ ਰੇਟ ਔਰ ਪ੍ਰੈਗਨੈਂਸੀ ਹਰ ਕਪਲ ਨੂੰ ਆਪਣੇ ਬੋਡੀ ਦੇ ਹਾਲਾਤਾਂ ਔਰ ਆਪਣੇ ਐਗ ਔਰ ਸਪਰਮ ਔਰ ਆਪਣੀਆਂ ਪ੍ਰੋਬਲਮਸ ਦੇ ਹਿਸਾਬ ਨਾਲ ਮਿਲਣੀ ਹੈ, ਨਾ ਕਿ ਕਿਸੇ IVF ਸੈਂਟਰ ਜਾਂ ਡਾਕਟਰ ਦੇ ਸਕਸੈਸ ਰੇਟ ਦੇ ਹਿਸਾਬ ਨਾਲ। ਇਸ ਕਰਕੇ ਮੈਂ ਇਹ ਸੰਦੇਸ਼ ਜ਼ਰੂਰ ਦੇਣਾ ਚਾਹੂੰਗੀ ਕਿ ਇਹ ਜੋ ਆਪਣੇ ਸੁਸਾਇਟੀ ਵਿੱਚ ਫੈਲਦਾ ਜਾ ਰਿਹਾ ਹੈ ਕਿ
ਬੱਚਾ ਔਰ ਫੈਮਿਲੀ ਨੂੰ ਆਪਾਂ ਸੈਕੰਡਰੀ ਕਰ ਦਿੱਤਾ ਹੈ ਔਰ ਫੋਰਨ ਜਾਣਾ ਜਾਂ ਫਿਰ ਕੈਰੀਅਰ ਨੂੰ ਆਪਾਂ ਪ੍ਰਾਈਮ ਇੰਪੋਰਟੈਂਸ ਦੇਤੀ ਹੈ। ਮੇਰੀ ਇਹੀ ਰਾਏ ਹੈ ਕਿ ਲਾਈਫ 'ਚ ਸਭ ਕੁਝ ਚਲਾਉਂਦੇ ਰਹਿਣਾ ਚਾਹੀਦਾ ਹੈ। ਹਰ ਚੀਜ਼ ਦੀ ਇੱਕ ਆਪਣੀ ਟਾਈਮ ਜ਼ੋਨ ਹੈ। ਜੋ ਕੰਮ ਪਹਿਲਾਂ ਹੋ ਰਿਹਾ, ਜੋ ਕੰਮ ਆਪਣੇ ਸਮੇਂ ਨਾਲ ਹੋਣਾ ਹੈ, ਉਹ ਹੋ ਜਾਏ। ਠੀਕ ਹੈ ਨਾ। ਆਪਾਂ ਆਪਣੀ ਲਾਈਫ ਦੇ ਬਾਕੀ ਕੰਮ ਵੀ ਕਰਨੇ ਆ, ਪਰ ਆਪਾਂ ਨੰਬਰ 1 ਨੰਬਰ 2 ਨਹੀਂ ਕਰ ਸਕਦੇ ਲਾਈਫ 'ਚ। ਤਾਂ ਇਸ ਕਰਕੇ ਰਾਈਟ ਏਜ 'ਚ ਆਪਣੀ ਫੈਮਿਲੀ ਕੰਪਲੀਟ ਕਰਨਾ ਵੀ ਉਨਾ ਹੀ ਜ਼ਰੂਰੀ ਹੈ।